ਉਂਝ ਭਾਵੇਂ ਦੁਨੀਆ ਵਿੱਚ ਅਣਗਿਣਤ ਸ਼ਹੀਦ ਹੋਏ ਨੇ, ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਸ਼ਹੀਦ ਬਹੁਤ ਹੋਏ ਨੇ, ਪਰ ਸ਼ਹੀਦਾਂ ਦੇ ਸਿਰ ਦੇ ਤਾਜ ਹੋਣ ਦਾ ਮਾਣ ਕੇਵਲ ਤਾਂ ਕੇਵਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੈ। ਸ਼ਹੀਦਾਂ ਦੇ ਸਿਰ ਦਾ ਤਾਜ ਬਹੁਤ ਸ਼ਹੀਦ ਹੋਏ ਨੇ। ਹੁਣ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦੀ ਜੋ ਸ਼ਹੀਦੀ ਦੇ ਮੁੱਖ ਕਾਰਨ ਇਤਿਹਾਸਕਾਰਾਂ ਨੇ ਲਿਖੇ ਨੇ। ਪਹਿਲਾ ਕਾਰਨ ਚੰਦੂ ਦੀ ਵਿਰੋਧਤਾ, ਦੂਜਾ ਕਾਰਨ ਵੱਡੇ ਭਰਾ ਪ੍ਰਿਥੀ ਚੰਦ ਉਹਦੀ ਵਿਰੋਧਤਾ, ਤੇ ਤੀਜਾ ਹੈ ਸ਼ੇਖ ਅਹਿਮਦ ਸਰਹੰਦੀ, ਤੇ ਚੌਥਾ ਹੈ ਨਵਾਬ ਮੁਰਤਜ਼ਾ ਖਾਨ। ਇਹ ਚਾਰ ਕਾਰਨ ਪ੍ਰਮੁੱਖ ਨੇ ਜੋ ਇਤਿਹਾਸ ਵਿੱਚ ਮਿਲਦੇ ਨੇ। ਦੇਖੋ, ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ, ਪਰ ਅਸਲ ਗੱਲ ਇਹ ਹੈ ਕਿ ਸਿੱਖੀ ਦਾ ਪ੍ਰਫੁੱਲਤ ਹੋਣਾ ਜੋ ਕੱਟੜ ਮੁਸਲਮਾਨ ਸ਼ੇਖ ਅਹਿਮਦ ਸ਼ਾਹ ਸਰਹੰਦੀ, ਨਵਾਬ ਮੁਰਤਜ਼ਾ ਖਾਨ ਇਹਨਾਂ ਨੂੰ ਨਹੀਂ ਪਾਉਂਦਾ ਸੀ। ਕਿਉਂਕਿ ਦਿਨੋਂ ਦਿਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਅਣਗਿਣਤ ਸੰਗਤਾਂ ਜੁੜਦੀਆਂ ਜਾ ਰਹੀਆਂ ਸਨ। ਇੱਥੋਂ ਤੱਕ ਮੁਸਲਮਾਨ ਵੀ ਇੰਨੇ ਪ੍ਰਭਾਵਿਤ ਹੋ ਰਹੇ ਸਨ ਵਿਚਾਰਧਾਰਾ ਦੇ ਨਾਲ, ਉਹ ਵੀ ਜੁੜਦੇ ਜਾ ਰਹੇ ਸਨ, ਜੋ ਇਹਨਾਂ ਵਿਰੋਧੀਆਂ ਨੂੰ ਨਹੀਂ ਚੰਗਾ ਲੱਗ ਰਿਹਾ ਸੀ। ਅਕਬਰ ਬਾਦਸ਼ਾਹ ਨੇ 50 ਵਰੇ ਹਿੰਦੁਸਤਾਨ ਤੇ ਰਾਜ ਕੀਤਾ। ਗੱਲ ਧਿਆਨ ਦਿਓ, 50 ਵਰੇ, ਪਰ ਨਿਰਪੱਖ ਹੋ ਕੇ ਰਾਜ ਕੀਤਾ। ਉਹਨੇ ਸਭ ਧਰਮਾਂ ਦਾ ਸਤਿਕਾਰ ਕੀਤਾ। ਜਦੋਂ ਤੱਕ 50 ਵਰੇ ਤੱਕ ਉਹ ਰਾਜਾ ਰਿਹਾ, ਹਿੰਦੁਸਤਾਨ ਦਾ ਬਾਦਸ਼ਾਹ, ਉਹਨੇ ਹਰੇਕ ਧਰਮ ਨੂੰ ਸਤਿਕਾਰਿਆ। ਹੁਣ ਜਿਹੜਾ ਜਹਾਂਗੀਰ, ਇਹਦਾ ਪਹਿਲਾ ਨਾਮ ਹੈ ਸਲੀਮ। ਇਹਦੇ ਬਾਬਤ ਇਤਿਹਾਸ ਵਿੱਚ ਜ਼ਿਕਰ ਹੁੰਦਾ ਵੀ ਇਹ ਸ਼ਰਾਬੀ, ਕਵਾਬੀ, ਅਨਪੜ੍ਹ, ਨਸ਼ਈ ਬੰਦਾ ਸੀ ਬਿਲਕੁਲ। ਅਕਬਰ ਬਾਦਸ਼ਾਹ ਇੱਥੋਂ ਤੱਕ ਆਪਣੀ ਲਿਖਤ ਵਿੱਚ ਲਿਖਦਾ ਹੈ ਵੀ ਮੈਂ ਆਪਣੇ ਪੁੱਤਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਨਹੀਂ ਬਣਾਉਣਾ ਚਾਹੁੰਦਾ, ਮੈਂ ਇਹ ਰਾਜਗੱਦੀ ਆਪਣੇ ਪੁੱਤਰ ਨੂੰ ਦੇ ਕੇ ਜਾਵਾਂਗਾ। ਕਿਉਂ? ਇਹਦੇ ਲੱਛਣ ਠੀਕ ਨਹੀਂ ਸਨ। ਐਬੀ ਬੰਦਾ ਸੀ, ਅਨਪੜ੍ਹ ਸੀ। ਉਹਨੇ ਲਿਖਿਆ ਵੀ ਮੈਂ ਆਪਣੇ ਪੁੱਤਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਨਾ ਬਣਾ ਕੇ ਆਪਣੇ ਪੋਤਰੇ ਨੂੰ ਬਣਾਵਾਂਗਾ। ਇਹ ਗੱਲ ਦਾ ਪਤਾ ਸਲੀਮ ਨੂੰ ਲੱਗਾ। ਹੁਣ ਰਾਜ ਤੇ ਬੈਠਣਾ ਚਾਹੁੰਦਾ ਸੀ। ਹੁਣ ਇੱਧਰ ਗੱਲ ਧਿਆਨ ਦਿਓ, ਸ਼ੇਖ ਅਹਿਮਦ ਸ਼ਾਹ ਸਰਹੰਦੀ ਜੋ ਕੱਟੜ ਸਰਾਈ ਮੁਸਲਮਾਨ ਸੀ, ਤੇ ਮੁਰਤਜ਼ਾ ਖਾਨ, ਇਹ ਦੋਨੋਂ ਜਾ ਕੇ ਸਹਿਜਾਦੇ ਸਲੀਮ ਨੂੰ ਮਿਲਦੇ ਨੇ। ਕਹਿੰਦੇ ਤੈਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ ਵੀ ਤੇਰੇ ਪਿਓ ਨੇ ਤੈਨੂੰ ਰਾਜ ਭਾਗ ਨਹੀਂ ਦੇਣਾ, ਉਹ ਤੇਰੇ ਪੁੱਤਰ ਨੂੰ ਰਾਜ ਭਾਗ ਦੇ ਕੇ ਜਾਵੇਗਾ, ਪਰ ਅਸੀਂ ਤੇਰੀ ਮਦਦ ਕਰ ਸਕਦੇ ਆ, ਅਸੀਂ ਤੈਨੂੰ ਰਾਜ ਦਿਵਾ ਸਕਦੇ ਆ। ਪਰ ਗੱਲ ਇਹ ਹੈ ਸਾਡੀਆਂ ਕੁਝ ਸ਼ਰਤਾਂ ਨੇ ਜੋ ਤੈਨੂੰ ਮੰਨਣੀਆਂ ਪੈਣੀਆਂ ਨੇ। ਗੌਰ ਕਰਿਓ ਵੀ ਸਾਡੀਆਂ ਕੁਝ ਸ਼ਰਤਾਂ ਨੇ, ਜੇ ਤੂੰ ਮੰਨੇਗਾ ਅਸੀਂ ਤੈਨੂੰ ਬਾਦਸ਼ਾਹ ਬਣਵਾ ਦੇਵਾਂਗੇ। ਹੁਣ ਰਾਜ ਚਾਹੀਦਾ ਸੀ। ਸਲੀਮ ਕਹਿੰਦਾ ਠੀਕ ਹੈ, ਜੋ ਤੁਸੀਂ ਆਖੋਗੇ ਮੈਂ ਕਰਾਂਗਾ, ਪਰ ਮੈਨੂੰ ਹਿੰਦੁਸਤਾਨ ਦਾ ਰਾਜ ਦਿਵਾਓ। ਹੁਣ ਇਹਨਾਂ ਨੇ ਕੀ ਕੀਤਾ? ਜਿਸ ਅਕਬਰ ਨੇ 50 ਸਾਲ ਤੱਕ ਨਿਰਪੱਖ ਰਾਜ ਕੀਤਾ, ਰੋਜ਼ ਉਹਨੂੰ ਖਾਣੇ ਵਿੱਚ ਥੋੜਾ ਥੋੜਾ ਜ਼ਹਿਰ ਮਿਲਾ ਕੇ ਦੇਣਾ ਸ਼ੁਰੂ ਕਰ ਦਿੱਤਾ। ਹੁਣ ਕਈ ਮਹੀਨੇ ਚੱਲਿਆ, ਰੋਜ਼ ਉਹਨੂੰ ਖਾਣੇ ਵਿੱਚ ਥੋੜਾ ਜ਼ਹਿਰ ਮਿਲਾ ਕੇ ਦਿੰਦੇ। ਹੌਲੀ ਹੌਲੀ ਕਰਦਿਆਂ ਕਰਦਿਆਂ ਜਦੋਂ ਲੱਗਿਆ ਵੀ ਅਕਬਰ ਬਾਦਸ਼ਾਹ ਸਰੀਰ ਕਰਕੇ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ, ਤੁਰਨ ਫਿਰਨ ਵਿੱਚ ਅਸਮਰਥ ਹੋ ਗਿਆ, ਕਿਉਂਕਿ ਜ਼ਹਿਰ ਨੇ ਆਪਣਾ ਅਸਰ ਕੀਤਾ। ਕਈ ਮਹੀਨੇ ਜ਼ਹਿਰ ਦਿੰਦੇ ਰਹੇ। ਜਦੋਂ ਬਿਲਕੁਲ ਤੁਰਨ ਫਿਰਨ ਤੋਂ ਅਸਮਰਥ ਹੋ ਗਿਆ, ਸ਼ੇਖ ਅਹਿਮਦ ਸ਼ਾਹ ਸਰਹੰਦੀ ਨੇ ਐਲਾਨ ਕਰ ਦਿੱਤਾ ਵੀ ਹੁਣ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਉਹ ਸਲੀਮ ਹੈ, ਸਹਿਜਾਦਾ ਸਲੀਮ। ਹੁਣ ਪਹਿਲਾਂ ਹੀ ਅਰਜ਼ ਕੀਤੀ ਵੀ ਐਬੀ ਬੰਦਾ ਸੀ, ਨਸ਼ਈ ਸੀ, ਅਨਪੜ੍ਹ ਗਵਾਰ ਸੀ। ਹੁਣ ਜਿਵੇਂ ਹਿੰਦੁਸਤਾਨ ਦੇ ਤਖਤ ਤੇ ਬੈਠਾ, ਇਹਨੇ ਆਪਣਾ ਸਭ ਤੋਂ ਪਹਿਲਾਂ ਨਾਮ ਬਦਲਿਆ। ਸਲੀਮ ਤੋਂ ਨਾਮ ਬਦਲ ਕੇ ਇਹਨੇ ਨਾਮ ਰੱਖਿਆ ਜਹਾਂਗੀਰ। ਜਹਾਂ ਵੀ ਸਾਰਾ ਜਹਾਨ, ਗੀਰ ਵੀ ਮੇਰੀ ਮੁੱਠੀ ਵਿੱਚ ਹੈ, ਜਹਾਂਗੀਰ ਵੀ ਸਾਰਾ ਹਿੰਦੁਸਤਾਨ ਹੋਰ ਮੇਰੀ ਮੁੱਠੀ ਵਿੱਚ ਹੈ। ਹੁਣ ਬਾਦਸ਼ਾਹ ਬਣ ਗਿਆ।
ਹੁਣ ਸ਼ੇਖ ਅਹਿਮਦ ਸ਼ਾਹ ਸਰਹਿੰਦੀ ਆਖਦਾ ਵੀ ਅਸੀਂ ਆਪਣਾ ਕੰਮ ਕਰ ਦਿੱਤਾ ਹੈ, ਹੁਣ ਤੇਰੀ ਵਾਰੀ ਹੈ, ਤੂੰ ਸਾਡੀਆਂ ਕੁਝ ਸ਼ਰਤਾਂ ਮੰਨਣੀਆਂ ਨੇ। ਕਹਿੰਦਾ ਮੈਂ ਮੰਨਾਂਗਾ, ਦੱਸੋ। ਕਹਿੰਦੇ ਪਹਿਲੀ ਸ਼ਰਤ ਇਹ ਹੈ, ਦੇਖੋ ਸਾਡੇ ਗੁਰੂ ਸਾਹਿਬ ਨੇ ਆਪਾਂ ਸਤਿਕਾਰ ਵਜੋਂ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਆ, ਪਰ ਉਹਨਾਂ ਦੇ ਮਨ ਵਿੱਚ ਸਤਿਕਾਰ ਨਹੀਂ ਸੀ। ਕਹਿੰਦੇ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਵੀ ਇਹ ਜਿਹੜਾ ਅਰਜਨ ਹੈ, ਇਹਦੀ ਜੋ ਦੁਕਾਨ ਚੱਲ ਰਹੀ ਹੈ ਨਾ, ਇਹਨੇ ਭੋਲੇ ਭਾਲੇ ਹਿੰਦੂਆਂ ਨੂੰ ਆਪਣੇ ਲੜ ਲਾਇਆ। ਕਈ ਬੇਵਕੂਫ ਸਾਡੇ ਮੁਸਲਮਾਨ ਭਰਾ ਵੀ ਇਹਦੇ ਲੜ ਲੱਗ ਗਏ ਨੇ। ਇਹਨਾਂ ਦੀ ਦੁਕਾਨ ਬੰਦ ਕਰਨੀ ਹੈ, ਇਹਨਾਂ ਨੂੰ ਗ੍ਰਿਫਤਾਰ ਕਰ, ਇਹਨਾਂ ਤੇ ਕਾਰਵਾਈ ਕਰ। ਹੁਣ ਜਹਾਂਗੀਰ ਨੇ ਹਾਮੀ ਭਰ ਦਿੱਤੀ, ਕਿਉਂਕਿ ਉਹਨੂੰ ਰਾਜ ਇਹਨਾਂ ਕਰਕੇ ਮਿਲਿਆ ਸੀ। ਕਿਉਂਕਿ ਇਸ ਗੱਲ ਦਾ ਜ਼ਿਕਰ ਮਿਲਦਾ ਹੈ, ਜੋ ਜਹਾਂਗੀਰ ਨੇ ਆਪਣੀ ਸਵੈ ਜੀਵਨੀ ਲਿਖੀ ਹੈ ਤੁਝ ਕੇ ਜਹਾਂਗੀਰੀ, ਉਹਦੇ ਚ ਲਿਖਦਾ ਹੈ ਵੀ ਮੈਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸਾਂ ਜੋ 5 ਪੁਸਤਾਂ ਤੋਂ ਚੱਲੀ ਆ ਰਹੀ ਹੈ, ਪਰ ਕਹਿੰਦੇ ਮੈਂ ਬਹਾਨਾ ਲੱਭ ਰਿਹਾ ਸੀ ਵੀ ਕੋਈ ਮੈਨੂੰ ਬਹਾਨਾ ਮਿਲੇ ਤੇ ਮੈਂ ਇਹਨਾਂ ਤੇ ਕਾਰਵਾਈ ਕਰਾਂ। ਹੁਣ ਦੇਖੋ ਇਹਨਾਂ ਨੇ ਰੋਜ਼ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸ਼ੇਖ ਅਹਿਮਦ ਸ਼ਾਹ ਸਰਹਿੰਦੀ ਆਖਦਾ ਵੀ ਤੂੰ ਕਾਰਵਾਈ ਕਰ। ਉਧਰ ਮੁਰਤਜ਼ਾ ਖਾਨ ਉਹ ਕਹਿੰਦਾ ਵੀ ਤੈਨੂੰ ਕਾਰਵਾਈ ਕਰਨੀ ਚਾਹੀਦੀ ਹੈ, ਇਹ ਸਾਡੇ ਮੁਸਲਮਾਨੀ ਧਰਮ ਲਈ ਬਹੁਤ ਖਤਰਾ ਨੇ। ਇਹਨਾਂ ਨੇ ਜੋ ਗ੍ਰੰਥ ਲਿਖਿਆ ਹੈ ਉਹਦੇ ਵਿੱਚ ਸਾਡੇ ਧਰਮ ਦੀ ਇਹਨਾਂ ਨੇ ਨਰਾਦਰੀ ਕੀਤੀ ਹੈ। ਇਹ ਸ਼ਿਕਾਇਤਾਂ ਅਕਬਰ ਬਾਦਸ਼ਾਹ ਕੋਲ ਵੀ ਗਈਆਂ ਸਨ, ਪਰ ਉਹ ਆਇਆ ਗੁਰੂ ਘਰ, ਉਹਨੇ ਮੱਥਾ ਟੇਕਿਆ, ਆਖਿਆ ਸੀ ਹੁਕਮਨਾਮਾ ਲਓ। ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲੈ ਕੇ ਸੁਣਾਇਆ। ਹੁਕਮਨਾਮਾ ਆਇਆ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਮੱਥਾ ਟੇਕ ਕੇ ਮੋਹਰਾਂ ਵਾਪਸ ਮੁੜ ਗਿਆ। ਕਹਿੰਦੇ ਇਹ ਤਾਂ ਰੱਬੀ ਬਾਣੀ ਹੈ, ਇਹਦੇ ਵਿੱਚ ਕਿਸੇ ਧਰਮ ਦੀ ਨਰਾਦਰੀ ਨਹੀਂ। ਉਹ ਮੱਥਾ ਟੇਕ ਕੇ ਮੁੜ ਗਿਆ। ਹੁਣ ਇਹ ਦੋ ਕੰਨ ਭਾਰੇ ਨੇ, ਬਾਰ-ਬਾਰ ਜਾ ਕੇ ਜਹਾਂਗੀਰ ਨੂੰ ਆਖਦੇ ਨੇ। ਜਿਹੜਾ ਹੁਣ ਤੀਜਾ ਕਾਰਨ ਹੈ, ਵੱਡਾ ਭਰਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਹੁਣ ਇਹਦੇ ਮਨ ਵਿੱਚ ਮਲਾਲ ਸੀ ਵੀ ਮੈਂ ਵੱਡਾ ਹਾਂ, ਗੁਰਿਆਈ ਮੈਨੂੰ ਮਿਲਣੀ ਚਾਹੀਦੀ ਹੈ, ਮੈਨੂੰ ਮਿਲਣੀ ਚਾਹੀਦੀ ਸੀ, ਪਰ ਮੇਰੇ ਪਿਤਾ ਨੇ ਗੁਰਿਆਈ ਛੋਟੇ ਭਰਾ ਨੂੰ ਦੇ ਦਿੱਤੀ ਹੈ, ਮੈਂ ਹੱਕਦਾਰ ਹਾਂ। ਇਹ ਵੀ ਜਾ ਕੇ ਜਹਾਂਗੀਰ ਦੇ ਕੰਨ ਭਰਿਆ ਕਰੇ ਵੀ ਮੇਰੇ ਨਾਲ ਅਨਿਆਏ ਹੋਇਆ ਹੈ, ਮੇਰਾ ਨਿਆਂ ਕਰੋ, ਮੈਂ ਅਸਲ ਵਾਰਿਸ ਹਾਂ, ਮੈਂ ਵੱਡਾ ਹਾਂ, ਮੇਰਾ ਹੱਕ ਬਣਦਾ ਹੈ। ਤੇ ਜਹਾਂਗੀਰ ਨੇ ਤਸੱਲੀ ਦੇ ਕੇ ਤੋਰ ਦੇਣਾ। ਹੁਣ ਅਗਲਾ ਕਾਰਨ ਜਿਹੜਾ ਸਭ ਤੋਂ ਅਹਿਮ ਕਾਰਨ ਸੀ, ਚੰਦੂ ਦੀਵਾਨ। ਹੁਣ ਇਹਦੀ ਗੁਰੂ ਘਰ ਨਾਲ ਵਿਰੋਧਤਾ ਕਿਉਂ ਹੋਈ? ਇਹਦੀ ਲੜਕੀ ਜਵਾਨ ਹੋਈ। ਉਹਨਾਂ ਨੇ ਆਪਣੇ ਅਹਿਲਕਾਰ ਨੂੰ ਭੇਜਿਆ ਵੀ ਤੁਸੀਂ ਜਾਣਦੇ ਹੋ ਮੇਰੇ ਰੁਤਬੇ ਨੂੰ, ਕਿਉਂਕਿ ਇਹ ਸ਼ਾਹੀ ਦੀਵਾਨ ਸੀ, ਵੀ ਲੜਕੀ ਦਾ ਰਿਸ਼ਤਾ ਪੱਕਾ ਕਰਕੇ ਆਉਣਾ, ਪਰ ਯਾਦ ਰੱਖਿਓ ਉਸ ਘਰ ਕਰਕੇ ਆਇਓ ਜਿਹਦੀ ਹੈਸੀਅਤ ਮੇਰੇ ਬਰਾਬਰ ਦੀ ਹੋਵੇ, ਜਿਹਦੀ ਹੈਸੀਅਤ ਮੇਰੇ ਬਰਾਬਰ ਦੀ ਹੋਵੇ, ਉਸ ਘਰ ਰਿਸ਼ਤਾ ਪੱਕਾ ਕਰਕੇ ਆਇਓ। ਉਹ ਸਾਰੇ ਹਿੰਦੁਸਤਾਨ ਚ ਘੁੰਮੇ, ਪਰ ਕੋਈ ਐਸਾ ਨਹੀਂ ਮਿਲਿਆ। ਜਦੋਂ ਪਹੁੰਚੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ, ਹੁਣ ਦੇਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਭਰ ਜਵਾਨੀ ਵਿੱਚ, ਉੱਚਾ ਲੰਮਾ ਕੱਦ, ਬੜਾ ਸੁੰਦਰ ਸਵਰੂਪ। ਹੁਣ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੇਖਿਆ ਤੇ ਗੁਰੂ ਘਰ ਦੇ ਸ਼ਾਨ ਸ਼ੌਕਤ ਵੇਖੀ ਵੀ ਲੱਖਾਂ ਹੀ ਸੰਗਤਾਂ ਕੇ ਨਕਮਸਤਕ ਹੁੰਦੀਆਂ ਨੇ। ਇਹਨਾਂ ਨੇ ਗੁਰੂ ਸਾਹਿਬ ਨੂੰ ਆਖਿਆ ਵੀ ਅਸੀਂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਚੰਦੂ ਦੀ ਲੜਕੀ ਦਾ ਰਿਸ਼ਤਾ ਪੱਕਾ ਕਰਨਾ ਚਾਹੁੰਦੇ ਹਾਂ। ਗੁਰੂ ਸਾਹਿਬ ਨੇ ਹਾਮੀ ਭਰ ਦਿੱਤੀ। ਹੁਣ ਜਦੋਂ ਇਹ ਅਹਿਲਕਾਰ ਵਾਪਸ ਦਿੱਲੀ ਪਹੁੰਚੇ, ਗੱਲ ਧਿਆਨ ਦਿਓ, ਜਾ ਕੇ ਚੰਦੂ ਨੂੰ ਆਖਦੇ ਨੇ ਅਸੀਂ ਤੇਰੀ ਲੜਕੀ ਵਾਸਤੇ ਇੱਕ ਚੰਗਾ ਯੋਗ ਵਰ ਲੱਭ ਕੇ ਆਏ ਆ, ਤੇਰੇ ਬਰਾਬਰ ਦੀ ਹੈਸੀਅਤ ਦਾ। ਪੁੱਛਦਾ ਕੌਣ? ਹੁਣ ਅਹਿਲਕਾਰ ਆਖਦੇ ਨੇ ਸਿੱਖਾਂ ਦੇ 5ਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ। ਹੁਣ ਚੰਦੂ ਨੂੰ ਅਹੰਕਾਰ ਸੀ, ਕਿਉਂਕਿ ਦੀਵਾਨ ਸੀ, ਸ਼ਾਹੀ ਦੀਵਾਨ। ਕਹਿੰਦਾ ਉਹ ਤਾਂ ਫਕੀਰ ਨੇ, ਮੰਗ ਕੇ ਖਾਣ ਵਾਲੇ ਨੇ, ਲੋਕ ਭੇਟਾਵਾਂ ਚੜਾਉਂਦੇ ਨੇ ਤੇ ਉਹਨਾਂ ਦਾ ਗੁਜ਼ਾਰਾ ਚੱਲਦਾ, ਉਹ ਤਾਂ ਮੰਗ ਕੇ ਖਾਣ ਵਾਲੇ ਨੇ। ਇੱਕ ਫਕੀਰ ਦੇ ਨਾਲ, ਫਕੀਰ ਦੇ ਮੁੰਡੇ ਦੇ ਨਾਲ ਤੁਸੀਂ ਮੇਰੀ ਧੀ ਦਾ ਰਿਸ਼ਤਾ ਕਰਕੇ ਆ ਗਏ ਹੋ, ਮੇਰੀ ਹੈਸੀਅਤ ਦਾ ਖਿਆਲ ਰੱਖਿਆ ਹੁੰਦਾ। ਤੁਸੀਂ ਚੁਵਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ ਹੋ। ਆਪਣੇ ਆਪ ਨੂੰ ਚੁਵਾਰਾ ਦੱਸਦਾ ਹੈ ਤੇ ਗੁਰੂ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ ਮੋਰੀ ਦੱਸਦਾ ਹੈ ਵੀ ਮੇਰੀ ਹੈਸੀਅਤ ਦਾ ਤੁਸੀਂ ਖਿਆਲ ਨਹੀਂ ਰੱਖਿਆ, ਚੁਵਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ, ਤੁਸੀਂ ਚੰਗਾ ਨਹੀਂ ਕੀਤਾ। ਹੁਣ ਉੱਤੇ ਗੁਰੂ ਨਾਨਕ ਨਾਮ ਲੈਵਾ ਸਿੱਖ ਵੀ ਵਿੱਚ ਸਨ,
ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇ ਘਰ ਨੂੰ ਇਹਨੇ ਆਪਣੇ ਤੋਂ ਛੋਟਾ ਦੱਸਿਆ ਹੈ, ਗੁਰੂ ਘਰ ਵਾਸਤੇ ਨਰਾਦਰੀ ਭਰੇ ਬੋਲ ਬੋਲੇ ਨੇ, ਉਹਨਾਂ ਨੇ ਉਤੋਂ ਪੱਤਰ ਲਿਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਇਹਨੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਦੱਸਿਆ, ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ, ਨਰਾਦਰੀ ਭਰੇ ਬੋਲ ਬੋਲੇ ਨੇ, ਜੋ ਵੀ ਹੋ ਜੇ ਤੁਸੀਂ ਇਨਕਾਰ ਕਰੋ। ਹੁਣ ਦੇਖੋ ਸੰਗਤ ਦਾ ਕਹਿਣਾ ਗੁਰੂ ਸਾਹਿਬ ਕਿੱਥੇ ਮੋੜ ਸਕਦੇ ਸਨ? ਜਦੋਂ ਗੁਰੂ ਸਾਹਿਬ ਦਾ ਕਹਿਣਾ ਸੰਗਤਾਂ ਨਹੀਂ ਮੋੜਦੀਆਂ, ਤੇ ਸੰਗਤ ਦਾ ਜਦੋਂ ਹੁਕਮ ਪਹੁੰਚਿਆ ਗੁਰੂ ਸਾਹਿਬ ਨੇ ਆਖ ਦਿੱਤਾ ਵੀ ਅਸੀਂ ਰਿਸ਼ਤਾ ਛੱਡਿਆ, ਇਨਕਾਰ ਕਰ ਦਿੱਤਾ। ਹੁਣ ਚੰਦੂ ਨੂੰ ਪਤਾ ਲੱਗਾ, ਅੱਗ ਬਬੂਲਾ ਹੋ ਗਿਆ। ਕਹਿੰਦਾ ਉਹਨਾਂ ਦੀ ਕੀ ਹੈਸੀਅਤ, ਇੱਕ ਫਕੀਰ ਦੀ ਮੰਗ ਕੇ ਖਾਣ ਵਾਲੇ ਦੀ, ਵੀ ਮੈਂ ਸ਼ਾਹੀ ਦੀਵਾਨ, ਉਹ ਰਿਸ਼ਤੇ ਤੋਂ ਇਨਕਾਰ ਕਰਨ। ਇਹ ਵੀ ਅੰਦਰੋਂ ਅੰਦਰੋਂ ਗੁਰੂ ਸਾਹਿਬ ਦਾ ਵਿਰੋਧੀ ਹੋ ਗਿਆ। ਇਹ ਵੀ ਗੁਰੂ ਸਾਹਿਬ ਤੋਂ ਬਦਲਾ ਲੈਣਾ ਚਾਹੁੰਦਾ ਸੀ। ਇਹਨੇ ਵੀ ਜਾ ਕੇ ਜਹਾਂਗੀਰ ਦੇ ਕੰਨ ਭਰਨੇ। ਕਹਿੰਦਾ ਦੇਖੋ ਮੈਂ ਤੁਹਾਡਾ ਸ਼ਾਹੀ ਦੀਵਾਨ, ਉਹਨਾਂ ਨੇ ਮੇਰੀ ਲੜਕੀ ਦਾ ਰਿਸ਼ਤਾ ਛੱਡ ਦਿੱਤਾ ਹੈ। ਇਹ ਚਾਰ ਕਾਰਨ ਹੋ ਗਏ। ਇੱਕ, ਸ਼ੇਖ ਅਹਿਮਦ ਸ਼ਾਹ ਸਰਹੰਦੀ ਜੋ ਕੱਟੜ ਮੁਸਲਮਾਨ ਸੀ, ਉਹਨੂੰ ਸਿੱਖੀ ਦਾ ਪ੍ਰਫੁੱਲਤ ਹੋਣਾ ਚੰਗਾ ਨਹੀਂ ਲੱਗ ਰਿਹਾ ਸੀ। ਦੂਜਾ, ਮੁਰਤਜ਼ਾ ਖਾਨ ਦੀ ਵਿਰੋਧਤਾ। ਤੀਜਾ, ਵੱਡੇ ਭਰਾ ਪ੍ਰਿਥੀ ਚੰਦ ਦੀ ਵਿਰੋਧਤਾ। ਉਹਨੂੰ ਚਾਹੀਦੀ ਸੀ ਗੁਰਿਆਈ, ਵੀ ਮੈਂ ਗੁਰੂ ਬਣਾ, ਮੈਂ ਵੱਡਾ ਭਰਾ। ਤੇ ਚੌਥਾ ਹੋ ਗਿਆ ਚੰਦੂ। ਹੁਣ ਰੋਜ਼ ਇੱਕ ਬੰਦੇ ਨੂੰ ਜਾ ਕੇ ਦਬਾਅ ਪਾਇਆ ਜਾਵੇ, ਤੂੰ ਕਾਰਵਾਈ ਕਰ, ਤੈਨੂੰ ਕਰਨੀ ਚਾਹੀਦੀ ਹੈ। ਆਖਰ ਕਹਿੰਦਾ ਜਹਾਂਗੀਰ ਲਿਖਦਾ ਆਪਣੀ ਸਵੈ ਜੀਵਨੀ ਵਿੱਚ ਵੀ ਮੈਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ, ਪਰ ਮੈਂ ਬਹਾਨਾ ਲੱਭ ਰਿਹਾ ਸੀ, ਮੈਨੂੰ ਕੋਈ ਬਹਾਨਾ ਮਿਲੇ ਤਾਂਹੀਓ ਮੈਂ ਗ੍ਰਿਫਤਾਰ ਕਰਾਂ। ਕਹਿੰਦੇ ਆਖਰ ਮੈਨੂੰ ਬਹਾਨਾ ਮਿਲ ਗਿਆ। ਮੇਰੇ ਬਾਗੀ ਪੁੱਤਰ ਖੁਸਰੋ ਨੂੰ, ਕਿਉਂਕਿ ਇਹਨੇ ਬਗਾਵਤ ਕਰ ਦਿੱਤੀ ਸੀ, ਇਹਦੇ ਆਪਣੇ ਹੀ ਪੁੱਤਰ ਨੇ, ਇਹਨਾਂ ਨੇ ਆਪਣੇ ਦਰਬਾਰ ਵਿੱਚ ਨੂੰ ਲੰਗਰ ਛਕਾਇਆ, ਉਹਨੂੰ ਪਨਾਹ ਦਿੱਤੀ, ਉਹਦੇ ਲਈ ਅਰਦਾਸ ਕੀਤੀ, ਉਹਦੀ ਚੜ੍ਹਦੀ ਕਲਾ ਵਾਸਤੇ। ਕਹਿੰਦੇ ਮੈਨੂੰ ਬਹਾਨਾ ਮਿਲ ਗਿਆ। ਉਹਨੇ ਉਹਨੂੰ ਗ੍ਰਿਫਤਾਰੀ ਦਾ ਹੁਕਮ ਦਿੱਤਾ ਤੇ ਨਾਲ ਆਖਿਆ ਵੀ ਇਹਨਾਂ ਦੀ ਜਿਹੜੀ ਸਜ਼ਾ ਹੈ ਉਹ ਯਾਸਾ ਦੇ ਕਾਨੂੰਨ ਮੁਤਾਬਕ ਦਿੱਤੀ ਜਾਏ। ਯਾਸਾ ਦਾ ਕਾਨੂੰਨ ਵੀ ਜਿਹੜਾ ਲਹੂ ਦੀ ਬੂੰਦ ਜ਼ਮੀਨ ਤੇ ਨਾ ਡਿੱਗੇ, ਕਠੋਰ ਤੋਂ ਕਠੋਰ ਤਸੀਹੇ ਦਿੱਤੇ ਜਾਣ, ਪਰ ਲਹੂ ਦੀ ਬੂੰਦ ਜ਼ਮੀਨ ਤੇ ਨਾ ਡਿੱਗੇ। ਇਹ ਉਸ ਵਕਤ ਰਾਜੇ ਮਹਾਰਾਜਿਆਂ ਦਾ ਕਾਨੂੰਨ ਸੀ ਵੀ ਸਜ਼ਾ ਜਿੰਨੀ ਮਰਜ਼ੀ ਕਠੋਰ ਹੋਵੇ, ਪਰ ਜਿਹੜਾ ਖੂਨ ਹੈ, ਖੂਨ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ। ਹੁਣ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਹੁਣ ਇੱਧਰ ਸ਼ੇਖ ਅਹਿਮਦ ਸ਼ਾਹ ਸਰਹੰਦੀ ਨੇ ਜਹਾਂਗੀਰ ਨੂੰ ਕਹਿ ਕੇ ਜੋ ਮੁਰਤਜ਼ਾ ਖਾਨ ਸੀ ਉਹਨੂੰ ਲਾਹੌਰ ਦਾ ਨਵਾਬ ਲਵਾ ਦਿੱਤਾ। ਇਹਦੀ ਚਲਦੀ ਸੀ। ਹੁਣ ਮੁਰਤਜ਼ਾ ਖਾਨ ਜੋ ਪਹਿਲਾਂ ਹੀ ਵਿਰੋਧੀ ਸੀ, ਉਹ ਚੰਗੇ ਅਹੁਦੇ ਤੇ ਕਾਬਜ ਹੋ ਗਿਆ, ਨਵਾਬ ਬਣ ਗਿਆ। ਹੁਣ ਗੁਰੂ ਸਾਹਿਬ ਨੂੰ ਜਦੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ, ਹੁਣ ਜਹਾਂਗੀਰ ਵੀ ਉੱਥੇ ਹੈ, ਚੰਦੂ ਉੱਥੇ ਹੈ, ਸ਼ੇਖ ਅਹਿਮਦ ਸ਼ਾਹ ਸਰਹੰਦੀ ਵੀ ਉੱਥੇ ਹੈ, ਨਵਾਜ਼ ਮੁਰਤਜ਼ਾ ਖਾਨ ਵੀ ਉੱਥੇ ਖੜਾ ਹੈ, ਪ੍ਰਿਥੀ ਚੰਦ ਵੀ ਉੱਥੇ ਪਹੁੰਚਿਆ। ਹੁਣ ਜਹਾਂਗੀਰ ਕਹਿੰਦਾ ਹੈ ਵੀ ਤੁਹਾਡੀ ਯਾਸਾ ਦੇ ਕਾਨੂੰਨ ਮੁਤਾਬਕ ਜੋ ਤੁਹਾਡੀ ਸੰਪਤੀ, ਜ਼ਮੀਨ, ਜਾਇਦਾਦ ਉਹ ਅਸੀਂ ਜ਼ਬਤ ਕਰ ਲਈ ਹੈ, ਵੀ ਤੁਹਾਡੇ ਕੋਲ ਹੁਣ ਕੁਝ ਨਹੀਂ। ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ ਜੇ ਤੁਸੀਂ ਸਾਡੀ ਸ਼ਰਤਾਂ ਨੂੰ ਮੰਨੋ। ਪਹਿਲੀ ਸ਼ਰਤ ਜਹਾਂਗੀਰ ਕਹਿੰਦਾ ਹੈ ਤੁਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਛੱਡਿਆ, ਇਹ ਮੇਰਾ ਦੀਵਾਨ ਹੈ, ਇਹਦੀ ਲੜਕੀ ਦਾ ਰਿਸ਼ਤਾ ਵਾਪਸ ਲਓ। ਹੁਣ ਗੁਰੂ ਸਾਹਿਬ ਬੋਲੇ ਬਾਦਸ਼ਾਹ ਸਾਡੀ ਦੀ ਲੜਕੀ ਦੇ ਨਾਲ ਕੋਈ ਵਿਰੋਧਤਾ ਨਹੀਂ, ਚੰਦੂ ਦੀ ਲੜਕੀ ਸਾਡੀ ਲੜਕੀ ਸਮਾਨ ਹੈ, ਪਰ ਇਹਨੇ ਗੁਰੂ ਨਾਨਕ ਦੇ ਘਰ ਨੂੰ ਮਾੜਾ ਆਖਿਆ, ਨਰਾਦਰੀ ਭਰੇ ਬੋਲ ਬੋਲੇ ਨੇ, ਸਿੱਖ ਸੰਗਤ ਦਾ ਹੁਕਮ ਅਸੀਂ ਮੋੜ ਨਹੀਂ ਸਕਦੇ। ਕੁਝ ਵੀ ਹੋ ਜੇ, ਤੂੰ ਕੋਈ ਵੀ ਸਜ਼ਾ ਦੇ, ਅਸੀਂ ਦੀ ਲੜਕੀ ਦਾ ਹੁਣ ਰਿਸ਼ਤਾ ਨਹੀਂ ਲੈ ਸਕਦੇ। ਲੜਕੀ ਨਾਲ ਸਾਡੀ ਕੋਈ ਵਿਰੋਧਤਾ ਨਹੀਂ, ਪਰ ਇਹਨੇ ਮਾੜੇ ਬੋਲ ਬੋਲੇ ਨੇ, ਅਹੰਕਾਰ ਵਿੱਚ ਆ ਗਿਆ। ਹੁਣ ਦੂਜਾ ਕਾਰਨ ਜਹਾਂਗੀਰ ਕਹਿੰਦਾ ਵੀ ਇਹ ਤੁਹਾਡਾ ਵੱਡਾ ਭਰਾ ਹੈ ਪ੍ਰਿਥੀ ਚੰਦ, ਇਹਦਾ ਹੱਕ ਬਣਦਾ ਹੈ ਗੁਰਿਆਈ ਤੇ, ਤੁਸੀਂ ਗੁਰੂ ਬਣ ਬੈਠੇ ਹੋ, ਗੁਰਿਆਈ ਇਹਨੂੰ ਦਿਓ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਜਿਹੜੀ ਗੁਰਿਆਈ ਹੈ ਕਿਸੇ ਦੀ ਨਿੱਜੀ ਮਲਕੀਅਤ ਨਹੀਂ, ਵੀ ਕਿਸੇ ਨੂੰ ਵੀ ਦੇ ਦਿੱਤੀ ਜਾਏ। ਇਹ ਧੁਰ ਦਰਗਾਹ ਤੋਂ ਜਿਹਦੇ ਕਰਮਾਂ ਵਿੱਚ ਪਰਮੇਸ਼ਰ ਵੱਲੋਂ ਲਿਖੀ ਹੁੰਦੀ ਹੈ ਉਹਨੂੰ ਹੀ ਮਿਲਦੀ ਹੈ। ਜਦੋਂ ਸਾਡੇ ਪਿਤਾ ਜੀ ਨੇ ਪ੍ਰੀਖਿਆ ਲਈ, ਇਹ ਸਾਰੇ ਪ੍ਰੀਖਿਆ 'ਚ ਫੇਲ ਹੋਏ, ਕਿਉਂਕਿ ਗੁਰੂ ਸਾਹਿਬ ਤਾਂ ਧੁਰ ਦਰਗਾਹ ਤੋਂ ਗੁਰਿਆਈ ਲਿਖਾ ਕੇ ਆਏ ਸਨ। ਕਹਿੰਦੇ ਗੁਰਿਆਈ ਕਿ ਨਿੱਜੀ ਮਲਕੀਅਤ ਨਹੀਂ, ਇਸ ਨੂੰ ਗੁਰਿਆਈ ਦੇ ਦਈਏ, ਇਹ ਨਹੀਂ ਹੋ ਸਕਦਾ। ਹੁਣ ਤੀਜੀ ਗੱਲ ਆਖਦਾ ਹੈ ਜਹਾਂਗੀਰ, ਤੀਜੀ ਗੱਲ ਇਹ ਵੀ ਜਿਹੜਾ ਤੁਹਾਨੂੰ ਚੜਾਵਾ ਚੜਦਾ ਹੈ ਨਾ, ਸੰਗਤ ਤੁਹਾਨੂੰ ਮੱਥਾ ਟੇਕਦੀ ਹੈ, ਉਹਦੇ ਵਿੱਚੋਂ ਅੱਧਾ ਹਿੱਸਾ ਤੁਸੀਂ ਸਾਨੂੰ ਦਿਓ, ਕਿਉਂਕਿ ਮੇਰਾ ਰਾਜ ਹੈ, ਮੇਰੇ ਰਾਜ ਵਿੱਚ ਤੁਸੀਂ ਰਹਿੰਦੇ ਹੋ।
ਅੱਧਾ ਹਿੱਸਾ ਤੁਹਾਨੂੰ ਰਾਜ ਦਰਬਾਰ ਨੂੰ ਦੇਣਾ ਪਵੇਗਾ ਟੈਕਸ ਦੇ ਰੂਪ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਬਾਦਸ਼ਾਹ ਇਹ ਜੋ ਸਾਨੂੰ ਚੜਾਵਾ ਚੜਦਾ ਹੈ, ਇੱਕ ਸਿੱਖ ਸੰਗਤ ਦੀ 10 ਨੂੰਹਾਂ ਦੀ ਕਮਾਈ ਹੈ। ਸਿੱਖ ਮਿਹਨਤ ਕਰਦੇ ਨੇ, ਕਮਾਈ ਕਰਦੇ ਨੇ, ਆਪਣਾ ਗੁਜ਼ਾਰਾ ਕਰਦੇ ਨੇ, ਉਹਦੇ ਚੋਂ 10ਵਾਂ ਹਿੱਸਾ ਮੈਨੂੰ ਭੇਟ ਕਰਦੇ ਨੇ। ਇਹ ਮੈਂ ਮਿਹਨਤ ਦੀ ਕਮਾਈ ਤੈਨੂੰ ਕਿਵੇਂ ਦੇ ਦੇਵਾਂ? ਹਾਂ, ਇਹ ਹੋ ਸਕਦਾ ਹੈ ਇਹ ਜੋ ਪੈਸਾ ਇਕੱਠਾ ਹੁੰਦਾ ਹੈ ਕਿਸੇ ਗਰੀਬ ਲੋੜਵੰਦ ਦੀ ਇਹਦੇ ਨਾਲ ਮਦਦ ਕੀਤੀ ਜਾ ਸਕਦੀ ਹੈ। ਕਿਸੇ ਭੁੱਖੇ ਨੂੰ ਭੋਜਨ ਖਿਲਾ ਸਕਦੇ ਹਾਂ ਅਸੀਂ, ਕਿਸੇ ਨੰਗੇ ਨੂੰ ਵਸਤਰ ਦੇ ਸਕਦੇ ਹਾਂ, ਕਿਸੇ ਗਰੀਬ ਦਾ ਲੋੜਵੰਦ ਅਸੀਂ ਇਲਾਜ ਕਰਵਾ ਸਕਦੇ ਹਾਂ। ਇਸ ਸਰਬੱਤ ਦੇ ਭਲੇ ਲਈ ਇਹ ਮਾਇਆ ਵਰਤੀ ਜਾ ਸਕਦੀ ਹੈ, ਪਰ ਅਸੀਂ ਟੈਕਸ ਦੇ ਰੂਪ ਵਿੱਚ ਅਸੀਂ ਤੈਨੂੰ ਮਾਇਆ ਨਹੀਂ ਦੇਣੀ। ਹੁਣ ਜਹਾਂਗੀਰ ਚੁੱਪ ਹੋ ਗਿਆ। ਹੁਣ ਸ਼ੇਖ ਅਹਿਮਦ ਸ਼ਾਹ ਸਰੰਦੀ ਬੋਲਦਾ, ਕਹਿੰਦਾ ਚਲੋ ਇੰਨਾ ਕਰੋ, ਜਿਹੜਾ ਤੁਸੀਂ ਗ੍ਰੰਥ ਰਚਿਆ ਹੈ, ਗ੍ਰੰਥ ਦੀ ਰਚਨਾ ਕੀਤੀ ਹੈ, ਉਹਦੇ ਵਿੱਚ ਸਾਡੇ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤੀ ਦਾ ਵਡਿਆਈ ਦਾ ਇੱਕ ਸ਼ਬਦ ਦਰਜ ਕਰ ਦਿਓ। ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਦਰਜ ਕਰੋ। ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਇਹ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਧੁਰ ਤੋਂ ਆਈ ਬਾਣੀ ਹੈ। ਇਹ ਪ੍ਰਮਾਤਮਾ ਦੇ ਬੋਲ ਨੇ, ਇਹਦੇ ਵਿੱਚ ਕਿਸੇ ਦੀ ਉਸਤਤੀ ਸਿਫਤ ਨਹੀਂ ਕੀਤੀ ਜਾ ਸਕਦੀ, ਝੂਠੀ ਸਿਫਤ ਕਿਸੇ ਦੀ ਨਹੀਂ ਕਰਾਂਗੇ। ਇਹ ਜਿਹੜੀ ਬਾਣੀ ਹੈ ਪਰਮੇਸ਼ਰ ਦੇ ਨਾਲ ਜੋੜਦੀ ਹੈ। ਇਹ ਬਾਣੀ ਅਕਾਲ ਪੁਰਖ ਦੇ ਬੋਲ ਨੇ। ਇਸ ਬਾਣੀ ਨੂੰ ਪੜ੍ਹ ਕੇ ਜੀਵ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਿਸੇ ਦੀ ਸਿਫਤ ਨਹੀਂ, ਇਹ ਸੱਚਾਈ ਵੀ ਹੈ। 1430 ਅੰਗ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਕਿਸੇ ਵੀ ਗੁਰੂ ਸਾਹਿਬ ਦੀ ਤੇ ਜੀਵਨੀ ਨਹੀਂ, ਕਿਸੇ ਗੁਰੂ ਸਾਹਿਬ ਦੀ ਤਾਰੀਫ ਨਹੀਂ। ਇਹ ਬਾਣੀ ਤਾਂ ਪਰਮੇਸ਼ਰ ਦੇ ਬੋਲ ਨੇ, ਅਸੀਂ ਇਹਦੇ ਵਿੱਚ ਕੋਈ ਸ਼ਬਦ ਦਰਜ ਨਹੀਂ ਕਰ ਸਕਦੇ। ਹੁਣ ਗੁਰੂ ਸਾਹਿਬ ਨੇ ਜਦੋਂ ਸਾਰੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ, ਹੁਣ ਜਹਾਂਗੀਰ ਕਹਿੰਦਾ ਹੈ ਵੀ ਹੁਣ ਜੋ ਤੁਹਾਡਾ ਦਿਲ ਕਰਦਾ ਹੈ ਤੁਸੀਂ ਇਹਨਾਂ ਨੂੰ ਕਠੋਰ ਤੋਂ ਕਠੋਰ ਸਜ਼ਾ ਦਿਓ। ਹੁਣ ਚੰਦੂ ਕਹਿੰਦਾ ਮੇਰੇ ਗੁਨਾਹਗਾਰ ਨੇ, ਇਹਨਾਂ ਨੂੰ ਮੇਰੇ ਹਵਾਲੇ ਕੀਤਾ ਜਾਏ, ਕਿਉਂਕਿ ਇਹਨਾਂ ਨੇ ਮੇਰੀ ਲੜਕੀ ਦਾ ਰਿਸ਼ਤਾ ਵਾਪਸ ਕੀਤਾ ਹੈ। ਚੰਦੂ ਦੇ ਹਵਾਲੇ ਕਰ ਦਿੱਤਾ ਗਿਆ ਗੁਰੂ ਸਾਹਿਬ ਨੂੰ। ਹੁਣ ਚੰਦੂ ਕਹਿੰਦਾ ਹੈ ਵੀ ਇਹ ਤੁਹਾਨੂੰ ਪਤਾ ਹੈ ਵੀ ਹੁਣ ਤੁਹਾਨੂੰ ਕਠੋਰ ਸਜ਼ਾਵਾਂ ਦਿੱਤੀਆਂ ਜਾਣੀਆਂ ਨੇ, ਤੁਹਾਡੇ ਕੋਲ ਮੌਕਾ ਹੈ, ਮੰਨ ਜਾਓ। ਮੇਰੀ ਲੜਕੀ ਦਾ ਰਿਸ਼ਤਾ ਜੇਕਰ ਤੁਸੀਂ ਵਾਪਸ ਲੈਂਦੇ ਹੋ, ਮੈਂ ਬਾਦਸ਼ਾਹ ਨੂੰ ਕਹਿ ਕੇ ਤੁਹਾਡੀ ਜੋ ਜ਼ਮੀਨ ਜਾਇਦਾਦ ਸੰਪਤੀ ਜ਼ਬਤ ਹੋਈ ਹੈ ਤੁਹਾਨੂੰ ਵਾਪਸ ਦਵਾ ਦੇਵਾਂਗਾ। ਪਰ ਗੁਰੂ ਸਾਹਿਬ ਆਖਣ ਲੱਗੇ, ਚੰਦੂ ਸਾਡਾ ਹੁਣ ਵੀ ਉਹੀ ਜਵਾਬ ਹੈ, ਅਸੀਂ ਸੰਗਤ ਦਾ ਕਹਿਣਾ ਨਹੀਂ ਮੋੜ ਸਕਦੇ। ਹੁਣ ਜ਼ਾਲਮਾਂ ਨੇ ਹੁਣ ਸਜ਼ਾ ਮੁਕਰਰ ਕੀਤੀ ਵੀ ਕਠੋਰ ਤੋਂ ਕਠੋਰ ਸਜ਼ਾ ਦਿੱਤੀ ਜਾਏ। ਹੁਣ ਪਹਿਲੇ ਦਿਨ ਸਤਿਗੁਰੂ ਜੀ ਨੂੰ ਇਸ ਜੇਠ ਹਾੜ ਦੇ ਮਹੀਨੇ ਵਿੱਚ ਤਪਦੀ ਧੁੱਪ ਵਿੱਚ ਸਤਿਗੁਰੂ ਜੀ ਨੂੰ ਭੁੱਖੇ ਭਾਣੇ ਬਿਠਾ ਕੇ ਰੱਖਿਆ ਸਾਰਾ ਦਿਨ। ਹੁਣ ਸ਼ਾਮਾਂ ਹੋਈਆਂ, ਇੱਕ ਕੋਠੜੀ ਵਿੱਚ ਸਤਿਗੁਰੂ ਜੀ ਨੂੰ ਬੰਦ ਕੀਤਾ ਗਿਆ। ਸਾਰੀ ਰਾਤ ਬੈਠਣ ਨਹੀਂ ਦਿੱਤਾ ਗਿਆ ਤੇ ਨਾ ਸੌਣ ਦਿੱਤਾ ਗਿਆ। ਸਾਰੀ ਰਾਤ, ਇੱਕ ਤਾਂ ਸਾਰੇ ਦਿਨ ਦੇ ਭੁੱਖੇ ਭਾਣੇ ਸਤਿਗੁਰੂ ਜੀ, ਭਾਵੇਂ ਉਹ ਪਰਮੇਸ਼ਰ ਰੂਪ ਸਨ, ਪਰ ਜੇਕਰ ਸਰੀਰ ਦੀ ਗੱਲ ਕਰੀਏ ਵੀ ਭੁੱਖੇ ਭਾਣੇ ਸਾਰਾ ਦਿਨ ਧੁੱਪ 'ਚ ਬਿਠਾ ਕੇ ਰੱਖਿਆ, ਸਾਰੀ ਰਾਤ ਫਿਰ ਖੜੇ ਕਰਕੇ ਰੱਖਿਆ, ਸੌਣ ਨਹੀਂ ਦਿੱਤਾ ਸਤਿਗੁਰੂ ਜੀ ਨੂੰ। ਸਵੇਰ ਹੋਈ, ਚੰਦੂ ਆਉਂਦਾ ਹੈ, ਕਹਿੰਦਾ ਹੁਣ ਅਗਲੀ ਸਜ਼ਾ ਇਹਦੇ ਤੋਂ ਵੀ ਕਠੋਰ ਹੋਵੇਗੀ, ਤੁਸੀਂ ਮੰਨ ਜਾਓ, ਮੇਰੀ ਲੜਕੀ ਦਾ ਰਿਸ਼ਤਾ ਵਾਪਸ ਲਓ ਤੇ ਮੈਂ ਤੁਹਾਡੀ ਸਜ਼ਾ ਮਾਫ ਕਰਵਾ ਸਕਦਾ। ਗੁਰੂ ਸਾਹਿਬ ਕਹਿਣ ਲੱਗੇ, ਚੰਦੂ ਸਾਡਾ ਹੁਣ ਵੀ ਉਹੀ ਜਵਾਬ ਹੈ, ਅਸੀਂ ਸੰਗਤ ਦਾ ਕਹਿਣਾ ਨਹੀਂ ਮੋੜ ਸਕਦੇ। ਹੁਣ ਅਗਲੇ ਦਿਨ ਜ਼ਾਲਮਾਂ ਨੇ ਕੀ ਕੀਤਾ, ਇੱਕ ਬਹੁਤ ਵੱਡੀ ਦੇਗ ਮੰਗਾਈ ਗਈ, ਉਹਦੇ 'ਚ ਪਾਣੀ ਪਾ ਕੇ ਪਾਣੀ ਨੂੰ ਉਬਾਲਿਆ ਗਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਸ ਦੇਗ ਵਿੱਚ ਬਿਠਾ ਕੇ ਉਬਾਲਿਆ ਗਿਆ। ਹੁਣ ਸਤਿਗੁਰੂ ਜੀ ਦਾ ਸਾਰਾ ਸਰੀਰ ਛਲਨੀ ਹੋ ਗਿਆ, ਛਾਲੇ ਹੋ ਗਏ। ਹੁਣ ਜਦੋਂ ਬਾਹਰ ਕੱਢਿਆ, ਹੁਣ ਸਰੀਰ ਦੀ ਬਹੁਤ ਤਰਸਯੋਗ ਹਾਲਤ ਹੈ। ਚੰਦੂ ਫੇਰ ਆਂਦਾ, ਕਹਿੰਦਾ ਹਜੇ ਵੀ ਮੰਨ ਜਾਓ, ਮੈਂ ਤੁਹਾਡਾ ਇਲਾਜ ਕਰਵਾਵਾਂਗਾ। ਇਲਾਜ ਕਰਵਾ ਕੇ ਜੋ ਤੁਹਾਡਾ ਮਾਣ ਸਤਿਕਾਰ ਸੀ ਉਹ ਤੁਹਾਡਾ ਦੁਬਾਰਾ ਮੈਂ ਬਹਾਲ ਕਰਵਾ ਸਕਦਾ। ਜੋ ਸੰਪਤੀ ਜ਼ਬਤ ਹੋਈ ਹੈ ਤੁਹਾਨੂੰ ਮੈਂ ਦੁਬਾਰਾ ਦਵਾ ਸਕਦਾ, ਪਰ ਮੇਰੀ ਲੜਕੀ ਦਾ ਰਿਸ਼ਤਾ ਲਓ। ਸਤਿਗੁਰੂ ਜੀ ਨੇ ਫਿਰ ਇਨਕਾਰ ਕੀਤਾ ਵੀ ਚੰਦੂ, ਜੋ ਅਸੀਂ ਇੱਕ ਵਾਰ ਆਖ ਦਿੱਤਾ ਸੀ ਉਸੇ ਗੱਲ ਤੇ ਪਹਿਰਾ ਦੇਵਾਂਗੇ, ਅਸੀਂ ਸੰਗਤ ਦਾ ਕਹਿਣਾ ਨਹੀਂ ਮੋੜ ਸਕਦੇ। ਹੁਣ ਇਹ ਦੂਜਾ ਦਿਨ ਸੀ। ਤੀਜਾ ਦਿਨ ਕੀ ਕੀਤਾ ਜ਼ਾਲਮਾਂ ਨੇ, ਸਜ਼ਾ ਨੂੰ ਹੋਰ ਕਠੋਰ ਕੀਤਾ। ਹੁਣ ਇੱਕ ਤਵੀ ਮੰਗਾਈ ਗਈ, ਤਵੀ ਹੇਠਾਂ ਅੱਗ ਦਾ ਭਾਂਬੜ ਮਚਾਇਆ ਗਿਆ ਤੇ ਸਤਿਗੁਰੂ ਜੀ ਨੂੰ ਆਖਿਆ ਵੀ ਇਹਦੇ ਤੇ ਚੌਂਕੜਾ ਮਾਰ ਕੇ ਬੈਠੋ।
ਹੁਣ ਸਤਿਗੁਰੂ ਜੀ ਚੌਂਕੜਾ ਮਾਰ ਕੇ ਤਵੀ ਤੇ ਬਹਿ ਗਏ, ਹੇਠਾਂ ਅੱਗ ਦਾ ਭਾਂਬੜ ਮਚਾਇਆ ਗਿਆ। ਦੇਖੋ ਪਹਿਲੇ ਦਿਨ ਭੁੱਖੇ ਪਾਣੀ ਰੱਖਿਆ, ਸੌਣ ਨਹੀਂ ਦਿੱਤਾ ਗਿਆ ਰਾਤ ਨੂੰ। ਦੂਜੇ ਦਿਨ ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਹੁਣ ਤੀਸਰਾ ਦਿਨ ਤੱਤੀ ਤਵੀ ਤੇ ਬਿਠਾਇਆ। ਹੁਣ ਕਹਿੰਦੇ ਜਦੋਂ ਤੱਤੀ ਤਵੀ ਤੋਂ ਹੇਠਾਂ ਲਾਇਆ ਨਾ, ਹੁਣ ਸਤਿਗੁਰੂ ਸਰੀਰ ਛਾਲੇ ਛਾਲੇ ਹੋ ਗਿਆ। ਇੱਥੇ ਸਾਈਂ ਮੀਆਂ ਮੀਰ ਪਹੁੰਚਦਾ ਹੈ। ਸਾਈਂ ਮੀਆਂ ਮੀਰ ਆਖਦਾ ਹੈ, ਸਤਿਗੁਰੂ ਜੀ ਮੇਰੇ ਕੋਲੋਂ ਤੁਹਾਡੇ ਸਰੀਰ ਦੀ ਇਹ ਹਾਲਤ ਵੇਖੀ ਨਹੀਂ ਜਾਂਦੀ। ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਪਰਮੇਸ਼ਰ ਰੂਪ ਹੋ। ਤੁਸੀਂ ਮੈਨੂੰ ਹੁਕਮ ਕਰੋ, ਮੈਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦੇਵਾਂ। ਪਰ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾਏ, ਕਹਿਣ ਲੱਗੇ ਸਾਈਂ ਜੀ ਇੱਕ ਨੀਂਹ ਅਸੀਂ ਤੁਹਾਡੇ ਕੋਲੋਂ ਰਖਵਾਈ ਸੀ ਹਰਮੰਦਰ ਸਾਹਿਬ ਦੀ। ਜਦੋਂ ਤੁਸੀਂ ਨੀਂਹ ਰੱਖੀ ਸੀ ਸਾਡੇ ਚਿਹਰੇ ਤੇ ਮੁਸਕਰਾਹਟ ਸੀ, ਤੁਸੀਂ ਵੇਖੀ ਹੋਵੇਗੀ ਸਾਡੇ ਚਿਹਰੇ ਦੀ ਖੁਸ਼ੀ। ਸਾਈਂ ਮੀਆਂ ਮੀਰ ਕਹਿੰਦੇ ਹਾਂ ਮੈਂ ਵੇਖੀ ਸੀ, ਜਦੋਂ ਮੈਂ ਨੀਂਹ ਰੱਖੀ ਸੀ ਹਰਮੰਦਰ ਸਾਹਿਬ ਦੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਸੀ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਾਈਂ ਜੀ ਇੱਕ ਨੀਂਹ ਤੁਸੀਂ ਰੱਖੀ ਹੈ, ਇੱਕ ਨੀਂਹ ਅੱਜ ਅਸੀਂ ਰੱਖ ਕੇ ਚੱਲੇ ਆ। ਇਹ ਸ਼ਹੀਦੀ ਦੀ ਨੀਂਹ, ਕਿਉਂਕਿ ਸਾਡੇ ਤੋਂ ਬਾਅਦ ਅਣਗਿਣਤ ਸ਼ਹਾਦਤਾਂ ਹੋਣਗੀਆਂ। ਕੋਈ ਡੋਲੇਗਾ ਨਹੀਂ, ਕੋਈ ਈਨ ਨਹੀਂ ਮੰਨੇਗਾ, ਕਿਉਂਕਿ ਜਿੰਨੀ ਮਕਾਨ ਦੀ ਨੀਂਹ ਮਜ਼ਬੂਤ ਹੋਵੇ ਉਹਦੇ ਤੇ ਫਿਰ ਜਿੰਨੀ ਮਰਜ਼ੀ ਉੱਪਰ ਬਿਲਡਿੰਗ ਤਿਆਰ ਕੀਤੀ ਜਾ ਸਕਦੀ ਹੈ, ਜੇ ਨੀਂਹ ਮਜ਼ਬੂਤ ਹੈ। ਅਸੀਂ ਇੰਨੀ ਮਜ਼ਬੂਤ ਨੀਂਹ ਰੱਖ ਕੇ ਜਾਵਾਂਗੇ, ਅਣਗਿਣਤ ਸਾਡੇ ਧਰਮ ਵਿੱਚ ਸ਼ਹਾਦਤਾਂ ਹੋਣਗੀਆਂ, ਸਿੱਖ ਸ਼ਹੀਦੀਆਂ ਦੇਣਗੇ। ਕੋਈ ਡਰੇਗਾ ਨਹੀਂ, ਕੋਈ ਈਨ ਨਹੀਂ ਮੰਨੇਗਾ, ਹੱਸ ਕੇ ਸ਼ਹੀਦੀ ਦਾ ਸਾਰੇ ਜਾਮ ਪੀਣਗੇ। ਵੀ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਤੁਸੀਂ ਨੀਂਹ ਰੱਖੀ, ਅਸੀਂ ਪ੍ਰਸੰਨ ਹੋਏ ਸੀ, ਅੱਜ ਅਸੀਂ ਨੀਂਹ ਰੱਖ ਰਹੇ ਹਾਂ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਪਰ ਸਾਈਂ ਮੀਆਂ ਮੀਰ ਕਿੱਥੇ ਮੰਨਣ ਵਾਲਾ ਸੀ, ਕਹਿੰਦਾ ਨਹੀਂ ਸਤਿਗੁਰੂ ਜੀ ਤੁਸੀਂ ਹੁਕਮ ਦਿਓ। ਉਦੋਂ ਫਿਰ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਸਾਈਂ ਜੀ ਤੁਸੀਂ ਇੱਕ ਵਾਰੀ ਇਹਨਾਂ ਪੰਕਤੀਆਂ ਨੂੰ ਸੁਣ ਕੇ ਸਾਨੂੰ ਪੁੱਛਿਆ ਸੀ। ਪੰਕਤੀਆਂ ਹੁੰਦੀਆਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਵੀ ਕੋਈ ਅੱਜ ਦੇ ਟਾਈਮ ਵਿੱਚ ਕਲਯੁਗ ਦੇ ਸਮੇਂ ਵਿੱਚ ਕੋਈ ਐਸਾ ਹੈ ਗੁਰੂ ਦਾ ਪਿਆਰਾ ਜੋ ਪ੍ਰਮਾਤਮਾ ਦੇ ਲਈ ਆਪਣੇ ਤਨ ਦੇ ਟੁਕੜੇ ਟੁਕੜੇ ਕਰਵਾ ਦੇਵੇ, ਆਪਣੇ ਤਨ ਨੂੰ ਸਾੜ ਕੇ ਸੁਆਹ ਕਰ ਲੇ, ਕੋਈ ਐਸਾ ਹੈ? ਕਹਿੰਦੇ ਅਸੀਂ ਉਸ ਵਕਤ ਚੁੱਪ ਰਹੇ ਸਾਂ, ਪਰ ਅੱਜ ਉਹਨਾਂ ਪੰਕਤੀਆਂ ਦੀ ਤੈਨੂੰ ਵਿਆਖਿਆ ਕਰਕੇ ਦੱਸ ਦਿੱਤੀ ਹੈ। ਅਸੀਂ ਉਸ ਪ੍ਰਮਾਤਮਾ ਦੇ ਭਾਣੇ ਵਿੱਚ ਅਡੋਲ ਚਿੱਤ ਬੈਠੇ ਹਾਂ। ਹੁਣ ਸਾਈਂ ਇੱਥੇ ਕਿਸੇ ਸ਼ਾਇਰ ਨੇ ਲਿਖਿਆ ਹੈ, ਉਹ ਕਹਿੰਦਾ ਸਾਈਂ ਮੀਆਂ ਮੀਰ ਵੀ ਤੱਤਾ, ਚੰਦੂ ਤੱਤਾ, ਮੁਰਤਜ਼ਾ ਖਾਨ ਤੱਤਾ, ਤਵੀ ਤੱਤੀ ਅੱਗ ਤੱਤੀ। ਪਰ ਕਹਿੰਦੇ ਜੇ ਠੰਡਾ ਸੀ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਉਹ ਕਿਉਂ? ਗੁਰਬਾਣੀ ਵਿੱਚ ਬਚਨ ਹੁੰਦਾ ਹੈ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਵੀ ਜਿਹਦੇ ਕੋਲੇ ਨਾਮ ਹੈ, ਸੀਤਲ ਥੀਵੇ, ਉਹ ਸੀਤਲ ਰਹਿੰਦਾ ਹੈ, ਠੰਡਾ ਰਹਿੰਦਾ ਹੈ। ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ, ਕਿਉਂਕਿ ਉਹਨਾਂ ਕੋਲੇ ਪਰਮੇਸ਼ਰ ਦਾ ਨਾਮ ਸੀ। ਕਹਿੰਦੇ ਕੇਵਲ ਤਾਂ ਕੇਵਲ ਉਹ ਠੰਡੇ ਸਨ, ਉਹਨਾਂ ਵਿੱਚੋਂ ਸੀਤਲਤਾ ਦਾ ਅਹਿਸਾਸ ਹੋ ਰਿਹਾ ਸੀ। ਬਾਕੀ ਸਾਰੇ ਕਹਿੰਦੇ ਤਪੇ ਹੋਏ ਸਨ। ਸਾਰੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਪਾਉਣ ਦਾ ਯਤਨ ਕਰ ਰਹੇ ਸਨ, ਪਰ ਗੁਰੂ ਸਾਹਿਬ ਆਖਦੇ ਠੰਡੇ ਸਨ। ਹੁਣ ਇੱਥੋਂ ਚੰਦੂ ਵਾਪਸ, ਚੰਦੂ ਜੋ ਤਸੀਹੇ ਦੇ ਰਿਹਾ, ਇੱਥੇ ਸਾਈਂ ਮੀਆਂ ਮੀਰ ਵਾਪਸ ਮੁੜ ਗਿਆ। ਉਹ ਚਾਹੁੰਦਾ ਸੀ ਵੀ ਇਹਨੂੰ ਹੁਕਮ ਕਰਨ ਵੀ ਤੁਸੀਂ ਕੁਝ ਨਹੀਂ ਕਰਨਾ, ਮੈਨੂੰ ਆਖੋ। ਸਾਈਂ ਮੀਆਂ ਮੀਰ ਵਾਪਸ ਮੁੜਦਾ ਹੈ। ਹੁਣ ਚੰਦੂ ਫੇਰ ਗੁਰੂ ਸਾਹਿਬ ਕੋਲ ਪਹੁੰਚਦਾ ਹੈ, ਕਹਿੰਦਾ ਅਗਲੀ ਸਜ਼ਾ ਇਹਦੇ ਤੋਂ ਵੀ ਕਠੋਰ ਹੋਵੇਗੀ, ਤੁਸੀਂ ਹਜੇ ਵੀ ਮੰਨ ਜਾਓ। ਪਰ ਗੁਰੂ ਸਾਹਿਬ ਆਖਦੇ ਤੂੰ ਬਾਰ-ਬਾਰ ਨਾ ਪੁੱਛ, ਅਸੀਂ ਸੰਗਤ ਦਾ ਕਹਿਣਾ ਨਹੀਂ ਮੋੜ ਸਕਦੇ। ਦੇਖੋ ਗੁਰੂ ਦਾ ਕਿੰਨਾ ਪਿਆਰ ਹੈ ਸੰਗਤ ਦੇ ਨਾਲ। ਹੁਣ ਅਗਲਾ ਦਿਨ ਇਹਨਾਂ ਨੇ ਹੋਰ ਸਜ਼ਾ ਕਠੋਰ ਕਰ ਦਿੱਤੀ। ਹੁਣ ਤੱਤੀ ਤਵੀ ਤਾਂ ਹੈ ਹੀ ਹੈ। ਇੱਕ ਪੜਭੁੰਜੇ ਨੂੰ ਬੁਲਾ ਕੇ ਲਿਆਉਂਦਾ, ਦਾਣੇ ਭੁੰਨਣ ਵਾਲੇ ਨੂੰ, ਰੇਤ ਤਪਾਈ ਗਈ। ਸਤਿਗੁਰੂ ਨੇ ਤੱਤੀ ਤਵੀ ਤੇ ਚੌਂਕੜਾ ਮਾਰ ਕੇ ਬਿਠਾਇਆ ਗਿਆ। ਪੜਭੁੰਜੇ ਨੂੰ ਕਹਿੰਦੇ ਵੀ ਤੂੰ ਤਪਦੀ ਹੋਈ ਰੇਤ ਗਰਮ ਦੇ ਸਤਿਗੁਰੂ ਜੀ ਦੇ ਸੀਸ ਤੇ ਪਾਣੀ ਹੈ। ਹੁਣ ਸਤਿਗੁਰੂ ਜੀ ਪਾਵਨ ਸੀਸ ਤੇ ਪੜਭੁੰਜੇ ਕੋਲੋਂ ਤੱਤੀ ਰੇਤ ਪਵਾਈ, ਜਿਹਦਾ ਇਤਿਹਾਸਕਾਰਾਂ ਨੇ ਨਾਂ ਲਿਖਿਆ ਗੁਰਦਿੱਤਾ। ਜਿਹਨੇ ਰੇਤ ਪਾਈ ਸੀ ਉਹਦਾ ਨਾਂ ਸੀ ਪੜਭੁੰਜਾ ਗੁਰਦਿੱਤਾ। ਉਹ ਨਹੀਂ ਚਾਹੁੰਦਾ ਸੀ, ਉਹਨੇ ਹੱਥ ਜੋੜੇ ਵੀ ਮੇਰੇ ਕੋਲ ਐਸਾ ਗੁਨਾਹ ਨਾ ਕਰਾਓ, ਵੀ ਇਹ ਖੁਦਾ ਰੂਪ ਨੇ, ਇਹ ਪਰਮੇਸ਼ਰ ਰੂਪ ਨੇ। ਪਰ ਚੰਦੂ ਨੇ ਉਹਨੂੰ ਡਰਾਇਆ, ਧਮਕਾਇਆ, ਉਹ ਮੰਨ ਗਿਆ।
ਉਹਨੇ ਇੱਕ ਗੱਲ ਆਖੀ, ਜਦੋਂ ਰੇਤ ਪਾ ਰਿਹਾ ਸੀ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਹਦੀ ਵਾਰਤਾਲਾਪ ਹੋਈ, ਉਹ ਕਹਿੰਦਾ ਹੈ ਵੀ ਸਤਿਗੁਰੂ ਜੀ, ਮੈਂ ਇਹਨਾਂ ਹੱਥਾਂ ਦੇ ਨਾਲ, ਆਪਣੇ ਹੱਥਾਂ ਦੇ ਨਾਲ ਬਹੁਤ ਅਪਰਾਧ ਕੀਤੇ ਨੇ, ਬਹੁਤ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਨੇ, ਪਰ ਪਤਾ ਨਹੀਂ ਕਿਉਂ ਮੈਂ ਤਵੀ ਵੀ ਤਪੀ ਹੋਈ ਹੈ, ਮੈਂ ਤੱਤੀ ਰੇਤ ਤੁਹਾਡੇ ਸੀਸ ਤੇ ਪਾਉਣਾ, ਪਰ ਮੈਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ। ਉਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਵੀ ਜਿਹੜੀ ਤੇਰੇ ਮਨ ਅੰਦਰ ਇਹ ਸ਼ਰਧਾ ਭਾਵਨਾ ਪੈਦਾ ਹੋਈ ਹੈ ਨਾ ਸਾਡੇ ਲਈ, ਇਹਨੂੰ ਬਣਾ ਕੇ ਰੱਖੀ। ਇਸੇ ਦੇ ਸਦਕਾ ਤੈਨੂੰ ਗੁਰੂ ਨਾਨਕ ਦੇ ਦਰਸ਼ਨ ਹੋਣੇ ਨੇ, ਗੁਰੂ ਨਾਨਕ ਦੇ ਘਰ ਦੀ ਖੁਸ਼ੀਆਂ ਤੈਨੂੰ ਮਿਲਣੀਆਂ ਨੇ। ਇਹ ਸ਼ਰਧਾ ਭਾਵਨਾ ਤੋਂ ਆਪਣੀ ਬਰਕਰਾਰ ਰੱਖੀ। ਉਹ ਕਹਿੰਦਾ ਹੈ, ਨਾਲੇ ਰੇਤ ਪਾਉਂਦਾ, ਕਹਿੰਦੇ ਮੇਰਾ ਦਿਲ ਨਹੀਂ ਕਰਦਾ, ਪਰ ਮੈਨੂੰ ਮਜਬੂਰ ਕੀਤਾ ਜਾ ਰਿਹਾ ਹੈ। ਉਦੋਂ ਸਤਿਗੁਰੂ ਜੀ ਨੇ ਆਖਿਆ ਵੀ ਤੇਰੀ ਡਿਊਟੀ ਹੈ, ਤੂੰ ਰੇਤ ਪਾ, ਸਾਡੀ ਵੀ ਡਿਊਟੀ ਹੈ ਸ਼ਾਂਤ ਚਿੱਤ ਰਹਿਣ ਦੀ। ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਹੁਣ ਤੱਤੀ ਰੇਤ ਸੀਸ ਤੇ ਪਵਾਏਗੀ। ਹੁਣ ਸਤਿਗੁਰੂ ਜੀ ਤੋਂ ਸ਼ਾਮਾਂ ਨੂੰ ਹੇਠਾਂ ਉਤਾਰਿਆ, ਹੁਣ ਸਰੀਰ ਬਿਲਕੁਲ ਨਿਰਬਲ ਹੋ ਗਿਆ। ਇਤਿਹਾਸਕਾਰ ਲਿਖਦੇ ਨੇ ਸਤਿਗੁਰੂ ਜੀ ਕੋਲੋਂ ਖੜੇ ਹੋ ਕੇ ਤੁਰਿਆ ਵੀ ਨਹੀਂ ਜਾ ਰਿਹਾ ਸੀ, ਸਾਰੇ ਸਰੀਰ ਵਿੱਚ ਛਾਲੇ ਪੈ ਗਏ, ਕਿਉਂਕਿ ਖਾਣ ਵਾਸਤੇ ਦਿੱਤਾ ਕੋਈ ਨਹੀਂ। ਚੌਥਾ ਦਿਨ ਹੋ ਗਿਆ, ਚੰਦੂ ਫੇਰ ਪਹੁੰਚਦਾ, ਫੇਰ ਕਹਿੰਦਾ ਹਜੇ ਵੀ ਮੰਨ ਜਾਓ, ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ, ਕੁਝ ਨਹੀਂ ਵਿਗੜਿਆ। ਪਰ ਗੁਰੂ ਸਾਹਿਬ ਆਖਦੇ ਨੇ, ਚੰਦੂ ਤੂੰ ਤਸੀਹੇ ਜਿੰਨੇ ਮਰਜ਼ੀ ਕਠੋਰ ਕਰ, ਅਸੀਂ ਜਿਹੜੀ ਤੈਨੂੰ ਗੱਲ ਆਖੀ ਹੈ ਕਿ ਤੂੰ ਗੁਰੂ ਨਾਨਕ ਦੇ ਘਰ ਨੂੰ ਮੰਦਾ ਬੋਲਿਆ, ਇਹ ਤੇਰੀ ਗਲਤੀ ਮਾਫ ਨਹੀਂ ਕੀਤੀ ਜਾ ਸਕਦੀ, ਤੇਰੀ ਲੜਕੀ ਦਾ ਅਸੀਂ ਰਿਸ਼ਤਾ ਨਹੀਂ ਲੈ ਸਕਦੇ। ਹੁਣ ਅਗਲਾ ਜਿਹੜੇ ਸ਼ਹਾਦਤ ਵਾਲਾ ਦਿਨ ਹੈ, ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਵੀ ਗੁਰੂ ਸਾਹਿਬ ਨੇ ਇੱਛਾ ਜ਼ਾਹਰ ਕੀਤੀ ਵੀ ਮੈਂ ਰਾਵੀ ਨਦੀ 'ਚ ਜਾ ਕੇ ਇਸ਼ਨਾਨ ਕਰਨਾ, ਪਰ ਐਸਾ ਨਹੀਂ, ਗੁਰੂ ਸਾਹਿਬ ਨੇ ਇੱਛਾ ਜ਼ਾਹਰ ਨਹੀਂ ਕੀਤੀ। ਇਹ ਵੀ ਇੱਕ ਸਜ਼ਾ ਸੀ ਵੀ ਜਿਹੜਾ ਸਰੀਰ ਛਾਲੇ ਛਾਲੇ ਹੋਇਆ ਹੈ, ਵੀ ਰਾਵੀ ਦਰਿਆ ਦੇ ਠੰਡੇ ਪਾਣੀ ਵਿੱਚ ਇਹਨੂੰ ਸੁੱਟਿਆ ਜਾਏ, ਅਕਹਿ ਅਸਹਿ ਦਰਦ ਹੋਵੇਗਾ ਤੇ ਮੰਨ ਜਾਣਗੇ। ਹੁਣ ਸਤਿਗੁਰੂ ਜੀ ਨੂੰ ਜ਼ਾਲਮ ਲੈ ਕੇ ਤੁਰੇ ਨੇ ਰਾਵੀ ਦਰਿਆ ਵੱਲ, ਪਰ ਸਤਿਗੁਰੂ ਜੀ ਕੋਲ ਤੁਰਿਆ ਨਹੀਂ ਜਾ ਰਿਹਾ। ਇੱਕ ਪਾਸੇ ਭਾਈ ਵਿਧੀ ਹੈ ਤੇ ਦੂਜੇ ਪਾਸੇ ਸਹਾਰਾ ਦਿੱਤਾ ਹੈ ਭਾਈ ਜੇਠੇ ਨੇ। ਹੁਣ ਸਤਿਗੁਰੂ ਜੀ ਨੂੰ ਲੈ ਕੇ ਜਦੋਂ ਰਾਵੀ ਦਰਿਆ ਦੇ ਕੰਢੇ ਤੇ ਪਹੁੰਚੇ, 30 ਮਈ 1606 ਦਾ ਦਿਨ ਹੈ, 30 ਮਈ 1606। ਹੁਣ ਜਦੋਂ ਕੰਢੇ ਤੇ ਪਹੁੰਚੇ, ਗੁਰੂ ਸਾਹਿਬ ਨੇ ਸਹਿਜੇ ਬਚਨ ਕਰ ਦਿੱਤੇ ਵੀ ਸਾਡਾ ਡੇਰਾ ਆ ਗਿਆ ਹੈ, ਸਾਡਾ ਡੇਰਾ ਆ ਗਿਆ ਹੈ। ਤੇ ਜ਼ਾਲਮਾਂ ਨੇ ਸਤਿਗੁਰੂ ਜੀ ਨੂੰ ਰਾਵੀ ਦਰਿਆ ਵਿੱਚ ਸੁੱਟ ਦਿੱਤਾ। ਉਹਨਾਂ ਨੇ ਕੋਈ ਇੱਛਾ ਜ਼ਾਹਰ ਨਹੀਂ ਕੀਤੀ ਇਸ਼ਨਾਨ ਕਰਨ ਦੀ। ਉਹਨਾਂ ਨੂੰ ਇੱਕ ਸਜ਼ਾ ਦਿੱਤੀ ਗਈ ਸੀ ਗੁਰੂ ਸਾਹਿਬ ਨੂੰ ਵੀ ਜਦੋਂ ਠੰਡਾ ਪਾਣੀ ਜ਼ਖਮਾਂ ਤੇ ਲੱਗੇਗਾ, ਦਰਦ ਹੋਵੇਗਾ, ਈਨ ਮੰਨ ਜਾਣਗੇ, ਡਰ ਜਾਣਗੇ, ਸਾਡੇ ਸ਼ਰਤਾਂ ਨੂੰ ਕਬੂਲ ਕਰ ਲੈਣਗੇ। ਪਰ ਸਤਿਗੁਰੂ ਜੀ ਦੀ ਉੱਥੇ ਸ਼ਹਾਦਤ ਹੋ ਗਈ 30 ਮਈ 1606 ਈਸਵੀ ਨੂੰ। ਉੱਥੇ ਡੇਰਾ ਸਾਹਿਬ ਗੁਰਦੁਆਰਾ ਬਣਿਆ। ਸਿੱਖ ਸੰਗਤਾਂ ਅੱਜ ਉੱਥੇ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਨੇ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਆਪਣੀ ਸ਼ਹੀਦੀ ਦਿੱਤੀ। ਪਹਿਲਾਂ ਵੀ ਅਰਜ਼ ਕੀਤੀ ਹੈ, ਦੁਨੀਆ ਵਿੱਚ ਅਣਗਿਣਤ ਸ਼ਹੀਦ ਨੇ, ਜ਼ਿਕਰ ਮਿਲਦਾ ਹੈ, ਪਰ ਸ਼ਹੀਦਾਂ ਦੇ ਸਿਰ ਦੇ ਤਾਜ ਹੋਣ ਦਾ ਮਾਣ ਕੇਵਲ ਤਾਂ ਕੇਵਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪ੍ਰਾਪਤ ਹੈ। ਆਪਾਂ ਬਚਨ ਉਹਨਾਂ ਬਾਬਤ ਪੜ੍ਹਦੇ ਹਾਂ, ਸ਼ਾਂਤੀ ਕੇ ਪੁੰਜ ਇੰਨਾ ਤਪਾਇਆ ਗਿਆ, ਇੰਨੇ ਕਠੋਰ ਤਸੀਹੇ ਦਿੱਤੇ ਗਏ, ਉਹ ਫਿਰ ਵੀ ਸ਼ਾਂਤ ਚਿੱਤ ਰਹੇ। ਸ਼ਾਂਤੀ ਕੇ ਪੁੰਜ ਬਾਣੀ ਕੇ ਬੋਹਿਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਭ ਤੋਂ ਜਿਹੜੀ ਜ਼ਿਆਦਾ ਬਾਣੀ ਦਰਜ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ। ਬਾਣੀ ਕੇ ਬੋਹਿਤ, ਸ਼ਹੀਦਾਂ ਦੇ ਸਰਤਾਜ। ਸੋ ਐਸੀ ਨੀਂਹ ਰੱਖ ਕੇ ਗਏ। ਦੇਖੋ ਉਸ ਤੋਂ ਬਾਅਦ ਅਣਗਿਣਤ ਸ਼ਹੀਦੀਆਂ ਹੋਈਆਂ ਨੇ। ਮੈਂ ਆਪ ਜੀ ਦਾ ਧਿਆਨ ਦਿਵਾਵਾਂ ਵੀ ਕੋਈ ਡੋਲਿਆ ਨਹੀਂ। ਭਾਈ ਤਾਰੂ ਸਿੰਘ ਖੋਪੜੀ ਲੱਤ ਗਈ, ਈਨ ਨਹੀਂ ਮੰਨੀ। ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਬਲੀਦਾਨ ਦਿੱਤਾ, ਜ਼ਾਲਮਾਂ ਦੀ ਈਨ ਨਹੀਂ ਮੰਨੀ, ਕਿਉਂਕਿ ਨੀ ਗੁਰੂ ਅਰਜਨ ਦੇਵ ਮਹਾਰਾਜ ਨੇ ਰੱਖੀ। ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਉਬਲ ਦੀ ਦੇਗ ਵਿੱਚ ਵੀ ਉਬਾਲਿਆ ਗਿਆ, ਆਰੇ ਨਾਲ ਚੀਰ ਕੇ 2 ਫਾੜ ਕੀਤਾ ਗਿਆ, ਰੂਮ ਵਿੱਚ ਲਪੇਟ ਕੇ ਅੱਗ ਲਾਈ ਗਈ ਜਿਉਂਦੇ ਨੂੰ। ਨਹੀਂ ਉਹਨਾਂ ਨੇ ਈਨ ਮੰਨੀ, ਨਹੀਂ ਡੋਲੇ। ਛੋਟੇ ਗੁਰੂ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿਨ੍ਹਾਂ ਨੂੰ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਜ਼ਾਲਮਾਂ ਨੇ ਨੀਹਾਂ ਵਿੱਚ ਚਿਣਿਆ, ਫਿਰ ਛੁਰੇ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹ ਨਹੀਂ ਡੋਲੇ, ਉਹਨਾਂ ਨੇ ਈਨ ਨਹੀਂ ਮੰਨੀ।
ਭਾਈ ਮਨੀ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ 4 ਸਾਲ ਦੇ ਪੁੱਤਰ ਦਾ ਤੜਫਦਾ ਦਿਲ ਕੱਢ ਕੇ ਉਹਦੇ ਮੂੰਹ 'ਚ ਪਾ ਦਿੱਤਾ ਸੀ। ਕਹਿੰਦੇ ਸਵਾਦ ਦੱਸ ਕੈਸਾ ਹੈ। ਉਦੋਂ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ, ਅੱਜ ਮੈਨੂੰ ਇੰਜ ਮਹਿਸੂਸ ਹੋਇਆ, ਉਹਦੇ ਗਲ ਵਿੱਚ ਪੁੱਤਰ ਦੀ ਆਂਦਰਾਂ ਦਾ ਹਾਰ ਉਹਦੇ ਗਲ ਵਿੱਚ ਪਾਇਆ ਤੇ ਤੜਫਦਾ ਦਿਲ ਮੂੰਹ 'ਚ ਪਾ ਕੇ ਪੁੱਛਦੇ ਤੇ ਸਵਾਦ ਦੱਸ। ਬੰਦਾ ਸਿੰਘ ਬਹਾਦਰ ਆਖਦਾ ਸੀ, ਅੱਜ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਬਾਦਸ਼ਾਹ ਜਿਹਨੂੰ ਤਖਤ ਤੇ ਬਹਿੰਦਾ, ਉਹਨੂੰ ਹਾਰ ਪਾਇਆ ਜਾਂਦਾ, ਉਹਦਾ ਮੂੰਹ ਮਿੱਠਾ ਕਰਾਇਆ ਜਾਂਦਾ, ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਪਰ ਅੱਖਾਂ ਵਿੱਚ ਹੰਝੂ ਵੇਖ ਕੇ ਜ਼ਾਲਮ ਕਹਿੰਦੇ, ਤੂੰ ਤਾਂ ਰੋ ਪਿਆ, ਘਬਰਾ ਗਿਆ, ਪੁੱਤਰ ਦਾ ਮੋਹ ਪੈਦਾ ਹੋ ਗਿਆ। ਕਹਿੰਦਾ ਨਹੀਂ, ਪੁੱਤਰ ਦਾ ਮੋਹ ਪੈਦਾ ਨਹੀਂ ਹੋਇਆ, ਰੋਇਆ ਇਸ ਕਰਕੇ ਹੈ ਵੀ ਪਹਿਲਾਂ ਮੈਂ ਜਾਣਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ, ਮੈਂ ਦਾ ਪਿਓ ਸੀ, ਪਰ ਮੇਰਾ ਪੁੱਤਰ ਅਜੈ ਸਿੰਘ ਮੇਰੇ ਤੋਂ ਪਹਿਲਾਂ ਕੁਰਬਾਨੀ ਕਰ ਗਿਆ। ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਨਸੀਬ ਹੋ ਗਈ ਹੈ, ਮੈਂ ਅਭਾਗਾ ਹਜੇ ਤੱਕ ਇੱਥੇ ਤੁਰਿਆ ਫਿਰਦਾ। ਹੰਝੂ ਇਸ ਗੱਲ ਦੇ ਨੇ। ਬੜੀਆਂ ਉਦਾਹਰਨਾਂ ਨੇ ਵੀ ਜਿਨ੍ਹਾਂ ਨੇ ਈਨ ਨਹੀਂ ਮੰਨੀ। ਇੱਕ ਹੋਰ ਘਟਨਾ ਜਿਹਨੂੰ ਮੈਂ ਸਾਂਝੀ ਕਰ ਦੇਵਾਂ। ਜਦੋਂ ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਨਾ, ਉਹਨਾਂ 'ਚ ਇੱਕ 22 ਸਾਲ ਦਾ ਗੱਭਰੂ ਸੀ। ਹੁਣ ਰੋਜ਼ 100 ਦੇ ਜੱਥੇ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਦੂਜਿਆਂ ਦੇ ਸਾਹਮਣੇ ਇਹਨਾਂ 'ਚ ਕੋਈ ਮੰਨ ਜੇ, ਡਰ ਜੇ, ਸਿੱਖੀ ਨੂੰ ਛੱਡ ਜੇ। ਹੁਣ ਕਹਿੰਦੇ ਜਦੋਂ ਉਸ ਨੌਜਵਾਨ ਦੀ ਵਾਰੀ ਆਈ ਨਾ, 22 ਸਾਲ ਦਾ ਗੱਭਰੂ, ਅੰਮ੍ਰਿਤ ਛਕਿਆ ਸਾਬ ਸੂਰਤ, ਉਹਦੀ ਮਾਂ ਆ ਗਈ। ਆ ਕੇ ਕਹਿੰਦੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਹੀਂ ਹੈ, ਇਹਨੂੰ ਤੁਸੀਂ ਗਲਤੀ ਨਾਲ ਫੜ ਲਿਆਇਓ, ਇਹਦੀ ਜਾਨ ਬਖਸ਼ ਦਿਓ। ਹੁਣ ਉਹ ਕਹਿੰਦੇ, ਇਹਨੂੰ ਅਸੀਂ ਬਖਸ਼ ਦਾਂਗੇ, ਇਹਨੂੰ ਕੁਝ ਨਹੀਂ ਆਖਾਂਗੇ, ਪਰ ਆਪਣੇ ਮੂੰਹੋਂ ਆਖਦੇ ਇੱਕ ਵਾਰੀ ਸਾਰਿਆਂ ਦੇ ਸਾਹਮਣੇ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਹੀਂ, ਇੱਕ ਵਾਰੀ ਕਹਿ ਦੇ, ਅਸੀਂ ਇਹਨੂੰ ਬਖਸ਼ ਦਾਂਗੇ। ਮਾਂ ਕਹਿੰਦੀ ਕਹਿ। ਉਹਨੇ ਪਤਾ ਕੀ ਜਵਾਬ ਦਿੱਤਾ ਸੀ? ਕਹਿੰਦਾ ਮੈਂ ਇਹਨੂੰ ਜਾਣਦਾ ਹੀ ਨਹੀਂ ਕੌਣ ਹੈ ਉਹਦੀ ਮਾਂ ਸੀ। ਕਹਿੰਦਾ ਮੈਂ ਨਹੀਂ ਜਾਣਦਾ ਕੌਣ ਹੈ, ਇਹਨੂੰ ਪਰਾਂ ਲੈ ਜਾਓ। ਇਹ ਗੱਲ ਪੱਕੀ ਹੈ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਆ, ਮੇਰਾ ਪਿਤਾ ਕਲਗੀਧਰ ਪਾਤਸ਼ਾਹ ਹੈ, ਮਾਤਾ ਮੇਰੀ ਸਾਹਿਬ ਕੌਰ ਹੈ, ਜਨਮ ਸਥਾਨ ਮੇਰਾ ਅਨੰਦਪੁਰ ਸਾਹਿਬ ਹੈ, ਇਹਨੂੰ ਮੈਂ ਨਹੀਂ ਜਾਣਦਾ ਕੌਣ ਹੈ, ਇਹਨੂੰ ਪਰਾਂ ਲੈ ਜਾਓ। ਤੇ ਉਹਨੂੰ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ। ਸੋ ਦੇਖੋ, ਨੀਂਹ ਮਜ਼ਬੂਤ ਰੱਖੀ ਹੈ ਉਦੋਂ ਤੋਂ ਲੈ ਕੇ, ਇਹ ਨਹੀਂ ਵੀ ਉਦੋਂ, ਇਹ 84 ਦਾ ਦੌਰ ਲੰਘਿਆ, ਕਿੰਨੀਆਂ ਸ਼ਹੀਦੀਆਂ ਹੋਈਆਂ ਨੇ, ਇਹੀ ਮਹੀਨੇ ਸਨ, ਪਰ ਸਿੱਖ ਸੰਗਤ ਡੋਲੀ ਨਹੀਂ, ਅਡੋਲ ਚਿੱਤ। ਅੱਜ ਵੀ ਇਹ ਜਿਹੜਾ ਵੀਰ ਰਸ ਹੈ, ਕੁਰਬਾਨੀ ਕਰਨ ਦਾ ਜੋ ਜਜ਼ਬਾ ਹੈ ਸਿੱਖ ਕੌਮ ਵਿੱਚ ਅੱਜ ਵੀ ਮੌਜੂਦ ਹੈ। ਅੱਜ ਵੀ ਸਿੱਖ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਦੇ। ਸਾਰੀਆਂ ਕੌਮਾਂ ਨਾਲੋਂ ਸਭ ਸਤਿਕਾਰ ਵਾਲੀਆਂ ਨੇ, ਪਰ ਜਿੱਥੇ ਕੁਰਬਾਨੀਆਂ ਦੀ ਗੱਲ ਆਉਂਦੀ ਹੈ, ਸਾਡੀ ਕੌਮ ਸਭ ਤੋਂ ਅੱਗੇ ਹੈ। ਕਿਉਂ? ਸਾਡੀ ਜਿਹੜੀ ਨੀਂਹ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੱਖੀ ਸੀ। ਪਹਿਲਾਂ ਹੀ ਅਰਜ਼ ਕੀਤੇ, ਜਿਹਦੀ ਨੀਂਹ ਮਜ਼ਬੂਤ ਹੋਵੇ, ਪਰ ਬਿਲਡਿੰਗ ਜਿੰਨੀ ਮਰਜ਼ੀ ਉੱਚੀ ਕਰ ਲਵੋ, ਜੇ ਨੀਂਹ ਮਜ਼ਬੂਤ ਹੈ ਤੇ ਸਭ ਕੁਝ ਹੋ ਸਕਦਾ। ਜੇ ਨੀਂਹ ਕਮਜ਼ੋਰ ਹੈ, ਫਿਰ ਉੱਪਰ ਬਿਲਡਿੰਗਾਂ ਨਹੀਂ ਛੱਪ ਸਕਦੀਆਂ। ਸੋ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸੀਂ ਸਿੱਖ ਹਾਂ। ਇਹ ਸਾਡਾ ਮਾਣ ਮੱਤਾ ਇਤਿਹਾਸ ਹੈ, ਜਿਹਨੂੰ ਪੜ੍ਹ ਕੇ, ਸੁਣ ਕੇ, ਸੁਣਾ ਕੇ ਸਾਨੂੰ ਫਖਰ ਮਹਿਸੂਸ ਹੁੰਦਾ ਹੈ ਵੀ ਸਾਡੇ ਕੋਲ ਇਹੋ ਜਿਹਾ ਇਤਿਹਾਸ ਹੈ, ਅਸੀਂ ਇਹੋ ਜਿਹੇ ਗੁਰੂ ਦੇ ਸਿੱਖ ਹਾਂ, ਇਹੋ ਜਿਹੇ ਸਿੱਖ ਘਰਾਣੇ ਵਿੱਚ ਸਾਡਾ ਜਨਮ ਹੋਇਆ, ਇੰਨੀਆਂ ਕੁਰਬਾਨੀਆਂ, ਇੰਨਾ ਮਹਾਨ ਸਾਡਾ ਧਰਮ। ਸੋ ਮੁੱਕਦੀ ਗੱਲ ਹੁਣ ਇਹ ਹੈ ਵੀ ਆਪਾਂ ਸਭ ਕੁਝ ਕਰਦੇ ਆ, ਪਰ ਗੁਰੂ ਸਾਹਿਬ ਜੀ ਜਿਹੜੇ ਉਪਦੇਸ਼ ਆ ਉਹਨਾਂ ਦੇ ਆਪਾਂ ਧਾਰਨੀ ਬਣੀਏ, ਜੋ ਗੁਰੂ ਸਾਹਿਬ ਦਾ ਹੁਕਮ ਹੈ। ਵੀ ਕਿਸੇ ਸ਼ਾਇਰ ਨੇ ਲਿਖਿਆ, ਮੈਂ ਹਰ ਵਾਰੀ ਆਖਦਾ, ਉਹਨੇ ਬਾ ਕਮਾਲ ਬਚਨ ਲਿਖੇ ਨੇ, ਜਿਨਕਾ ਦਿਨ ਮਨਾਤੇ ਹੋ उनकी बात को भी मानो, जिनका दिन मनाते हो उनकी रमज को भी जानो। जिन्ना असीं दिन मना रहे हैं उन्हां दा की हुक्म है, की उपदेश है, वो जदों तक नहीं मनांगे गल नहीं बनेगी। लंगर लगदे ने, ठंडे मिठे पानी छबीलां लगदियां ने। देखो इन्नी कुर्बानी हुई है, फिर भी साडी दरिया दिली देखो, असीं फिर भी ठंडे मिठे पानी दी छबीलां पिला रहे हैं बिना वितकरे तो। कोई भी किते लंघ जो सड़कों ते थां थां छबील लगी हुई है, गुरु घर तो लगी हुई है। सो इहो जिहा साडा इतिहास है। गुरु साहब ने जो पूरने पाए, जो साडे लई हुक्म कीता है, उस उन्हां हुक्मां ते चलीए। तेरा किया मीठा लागै हर नाम पदार्थ नानक मांगै। सो भुलां चुकां दी खिमा बुलाओ फतेह। वाहिगुरू जी का खालसा, वाहिगुरू जी की फतेह। हुण प्रधान साहब उन्हां ने संगतां दे दर्शन करने ने।